हेलो एवरीवन, वेलकम बैक टू थर्ड वीडियो ऑफ आवर चैनल। ਅੱਜ ਆਪਾਂ ਇੱਕ ਨਵਾਂ ਟੌਪਿਕ ਸਟੱਡੀ ਕਰਾਂਗੇ ਜਿਹੜੀ ਐਕਸਰਸਾਈਜ਼ 2.2 ਹੈਗੀ ਆ ਐਨਸੀਈਆਰਟੀ ਬੁੱਕ ਦੀ ਕਲਾਸ 10 ਦੀ। ਉਹ ਅੱਜ ਆਪਾਂ ਸਟੱਡੀ ਕਰਾਂਗੇ। ਉਸ ਤੋਂ ਪਹਿਲਾਂ ਆਪਾਂ ਕੁਝ ਉਹਦੇ ਬੇਸਿਕ ਸਟੱਡੀ ਕਰ ਲਈਏ। ਅੱਜ ਆਪਾਂ ਸਟੱਡੀ ਕਰਾਂਗੇ ਕਿ ਇੱਕ ਕੁਆਡਰੇਟਿਕ ਪੋਲੀਨੋਮੀਅਲ ਦੀ ਜ਼ੀਰੋਸ ਤੇ ਕੋਐਫੀਸ਼ੀਐਂਟਸ ਵਿੱਚ ਕੀ ਰਿਲੇਸ਼ਨ ਹੁੰਦਾ। ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਨੂੰ ਸਟੱਡੀ ਕਰਨ ਦੀ ਲੋੜ ਆ what is the general form of a quadratic polynomial। ਕੋਈ ਵੀ ਕੁਆਡਰੇਟਿਕ ਪੋਲੀਨੋਮੀਅਲ ਹੈਗਾ, ਆਪਾਂ ਕੁਆਡਰੇਟਿਕ ਪੋਲੀਨੋਮੀਅਲ ਕਿਸ ਨੂੰ ਕਿਹਾ ਸੀ ਜਿਸ ਦੀ ਡਿਗਰੀ ਕੀ ਹੈਗੀ ਹੈ 2 ਆ। ਉਹਦੀ ਜਨਰਲ ਫਾਰਮ ਨੂੰ ਆਪਾਂ ਕਿਵੇਂ ਰਿਪਰੈਜ਼ੈਂਟ ਕਰਦੇ ਆ। this is the general form of a quadratic polynomial ax square plus bx plus c where a is never equal to 0। a कभी भी 0 नहीं होगा। a 0 क्यों नहीं होगा? अगर a 0 हो गया, a 0 होने नाल जिहड़ा पूरा पॉलीनोमियल आ वो क्वाड्रेटिक पॉलीनोमियल नहीं रहना, आ चीज भी 0 बन चुकी। हुण इस चीज विच आपां पहला स्टडी करते हैं। ये x स्क्वायर है, ये वेरिएबल है, एक पॉलीनोमियल है px। ये x स्क्वायर है, x स्क्वायर दा जिहड़ा अगे टर्म कोई भी कांस्टेंट मल्टीप्लाई च पिया ना वो उस वेरिएबल दा कोएफिशिएंट कहते हैं। सो हियर x स्क्वायर दा कोएफिशिएंट हैगा a ते x दा कोएफिशिएंट हैगा b एंड c इज द कांस्टेंट टर्म। सो a अपने कोले कोएफिशिएंट हैगा x स्क्वायर दा, b कोएफिशिएंट हैगा वेरिएबल x दा ते c की है कांस्टेंट टर्म। ते हुण आपां स्टडी करांगे कि एक क्वाड्रेटिक पॉलीनोमियल दी जीरोस ते ओदे कोएफिशिएंट्स च की रिलेशनशिप हैगा। सब तो पहला जीरोस की हुंदियां, जीरोस वो वैल्यू आ जो इस पॉलीनोमियल नु की करदियां सैटिस्फाई करदियां। सो लेट्स से मैं दो जीरोस अज्यूम कर रहे हैं। लेट्स से अल्फा एंड बीटा। अल्फा एंड बीटा आर द जीरोस ऑफ दिस क्वाड्रेटिक पॉलीनोमियल। सब तो पहला ये रिलेशनशिप आप सीखांगे कि सम ऑफ जीरोस दा की रिलेशनशिप है। व्हाट इज द रिलेशनशिप बिटवीन सम ऑफ जीरोस, that is alpha plus beta। alpha plus beta is always equal to minus b over a। a ਇਹਦੇ ਬਰਾਬਰ ਹੁੰਦਾ where b ਆਪਾਂ ਕਿਸ ਨੂੰ ਕਹਿੰਦੇ ਆ? b ਹੈਗਾ coefficient of x and a ਹੈਗਾ coefficient of x square। and second relationship ਹੈਗਾ product of zeros, that is alpha beta। ਉਹ ਕਿਹਦੇ ਬਰਾਬਰ ਹੁੰਦਾ? c over a ਦੇ, that is constant term over coefficient of x square। ਇਹ ਦੋ ਰਿਲੇਸ਼ਨशिप ਆ। ਆਪਾਂ ਪਹਿਲਾਂ ਜ਼ੀਰੋਸ ਫਾਈਂਡ ਕਰਾਂਗੇ। ਜ਼ੀਰੋਸ ਫਾਈਂਡ ਕਰਨੀ ਆਪਾਂ ਸਿੱਖਾਂਗੇ ਬਾਈ ਮਿਡਲ ਟਰਮ ਸਪਲਿਟਿੰਗ। ਐਂਡ ਸੈਕੰਡ ਚੀਜ਼ ਹੈਗਾ ਜਦੋਂ ਜ਼ੀਰੋਸ ਫਾਈਂਡ ਕਰਨੀ ਹੈ ਫਿਰ ਆਪਾਂ ਦੇਖਾਂਗੇ ਕਿ ਕੋਐਫੀਸ਼ੀਐਂਟਸ ਤੇ ਜ਼ੀਰੋਸ ਕੀ ਰਿਲੇਸ਼ਨशिप ਆ। ਦੋ ਰਿਲੇਸ਼ਨशिप ਆਪਾਂ ਸਟੱਡੀ ਕਰਾਂਗੇ, ਇੱਕ ਸਮ ਦਾ ਇੱਕ ਪ੍ਰੋਡਕਟ ਦਾ। ਮੈਂ ਉਹ ਲਿਖ ਦੇਣਾ ਹੈਗਾ एक sum दा इस product दा sum of zeros is always equal to minus b over a and product of zeros किसके बराबर है? c over a। b is coefficient of x and a is coefficient of x square, c is constant term and a is coefficient of x square। ये कुछ basic terminology सीगी। इस तो बाद में आप exercise start करांगे, नाल उत्थे कुछ करना आप study करांगे। ओके हाँ जी, चलो हुण आप sum start करते हैं। ਹੁਣ ਅੱਜ ਆਪਾਂ ਐਕਸਰਸਾਈਜ਼ ਕਰ ਰਹੇ ਹਾਂ 2.2 ਐਨਸੀਈਆਰਟੀ। ਉਹਦੇ ਆ ਫਰਸਟ ਪਾਰਟ ਦਾ ਫਰਸਟ ਕੁਐਸਚਨ ਹੈਗਾ। ਇਸ ਕੁਐਸਚਨ ਵਿੱਚ ਆਪਾਂ ਨੇ ਪਹਿਲਾਂ ਤਾਂ ਜ਼ੀਰੋਸ ਫਾਈਂਡ ਕਰਨੀ ਹੈਗੀਆਂ, ਦੈਨ ਆਪਾਂ ਨੇ ਰਿਲੇਸ਼ਨਸ਼ਿਪ ਫਾਈਂਡ ਕਰਨਾ ਹੈਗਾ ਜ਼ੀਰੋਸ ਤੇ ਕੋਐਫੀਸ਼ੀਐਂਟਸ ਦੇ ਵਿੱਚ। ਹੁਣ ਜ਼ੀਰੋਸ ਕਿਵੇਂ ਫਾਈਂਡ ਕਰਦੇ ਆ? ਆਪਾਂ ਨੇ ਇੱਕ ਟੌਪਿਕ ਕੀਤਾ ਸੀਗਾ ਪ੍ਰੀਵੀਅਸ ਕਲਾਸ 'ਚ ਮਿਡਲ ਟਰਮ ਸਪਲਿਟਿੰਗ। ਉਸੇ ਤਰੀਕੇ ਨਾਲ ਆਪਾਂ ਜ਼ੀਰੋਸ ਫਾਈਂਡ ਕਰਾਂਗੇ। ਇਹਦਾ ਇੱਕ ਹੋਰ ਮੈਥਡ ਵੀ ਹੈ ਜ਼ੀਰੋਸ ਫਾਈਂਡ ਕਰਨ ਦਾ, ਕੁਆਡਰੇਟਿਕ ਫਾਰਮੂਲਾ, ਜੋ ਆਪਾਂ 4th ਚੈਪਟਰ 'ਚ ਕੀ ਕਰਾਂਗੇ ਸਟੱਡੀ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਪ੍ਰੀਵੀਅਸ ਮੈਥਡ ਨਾਲ ਹੀ ਜ਼ੀਰੋਸ ਫਾਈਂਡ ਕਰਦੇ ਹਾਂ, ਦੈਟ ਇਜ਼ ਮਿਡਲ ਟਰਮ ਸਪਲਿਟਿੰਗ। ਮਿਡਲ ਟਰਮ ਸਪਲਿਟਿੰਗ ਕਿਵੇਂ ਕਰਦੇ ਆ? ਆਪਾਂ ਨੂੰ ਇੱਕ ਪੋਲੀਨੋਮੀਅਲ ਗਿਵਨ ਹੈਗਾ, ਇਹਦੀ ਮਿਡਲ ਟਰਮ ਨੂੰ ਸਪਲਿਟਿੰਗ ਕਰਨਾ। ਇੱਕ ਗੱਲ ਯਾਦ ਰੱਖਿਓ, ਮਿਡਲ ਟਰਮ ਉਹ ਹੁੰਦੀ ਆ ਜਿਹਦਾ ਵੇਰੀਏਬਲ x ਹੈਗਾ, ਕਿਉਂਕਿ ਕਈ ਵਾਰ ਕਨਫਿਊਜ਼ ਕਰਨ ਵਾਸਤੇ ਆਪਣੇ ਕੋਲ ਟਰਮਸ ਨੂੰ ਅੱਗੇ ਪਿੱਛੇ ਕਰ ਦਿੰਦੇ ਆ। ਪਹਿਲਾਂ ਆਪਾਂ ਸਟੈਂਡਰਡ ਫਾਰਮ ਲਿਖਣੀ ਹੈਗੀ ਹੈ ਪੋਲੀਨੋਮੀਅਲ ਦੀ, ਕਿਉਂਕਿ ਹੁਣ ਚਲੋ ਇਸ ਤਾਂ ਆਪਣਾ ਆਲਰੇਡੀ ਗਿਵਨ ਹੈਗੀ ਆ ਕਿ ਜਿਹੜੀ ਮਿਡਲ ਟਰਮ ਹੈਗੀ ਉਹ x ਵਾਲਾ ਟਰਮ ਹੀ ਹੈਗੀ ਆ। ਹੁਣ ਆਪਾਂ ਨੇ ਇਹੋ ਜਿਹੇ ਨੰਬਰ ਫਾਈਂਡ ਕਰਨੇ ਆ ਕਿ ਜਿਨ੍ਹਾਂ ਨੂੰ ਪਲੱਸ ਕਰਕੇ ਤਾਂ ਆਹ ਨੰਬਰ ਬਣੇ, ਦੈਟ ਇਜ਼ -2x ਬਣੇ, ਤੇ ਮਲਟੀਪਲਾਈ ਕਰਕੇ ਆ ਦੋਹਾਂ ਦਾ ਪ੍ਰੋਡਕਟ ਬਣੇ, ਦੈਟ ਇਜ਼ ਕਾਂਸਟੈਂਟ ਟਰਮ ਤੇ x ਸਕੁਅਰ ਦੀ ਜਿਹੜੀ ਟਰਮ ਹੈਗੀ ਆ ਉਹਦਾ ਪ੍ਰੋਡਕਟ ਬਣੇ। ਇਹੋ ਜਿਹੇ ਦੋ ਨੰਬਰ ਸੋਚੋ ਜਿਨ੍ਹਾਂ ਨੂੰ ਮਲਟੀਪਲਾਈ ਕਰਕੇ ਪ੍ਰੋਡਕਟ ਤਾਂ ਬਣ ਰਿਹਾ 8x ਸਕੁਅਰ ਤੇ ਸਮ ਬਣ ਰਿਹਾ ਹੈਗਾ ਪਲੱਸ ਕਰਕੇ ਬਣ ਰਿਹਾ ਹੈਗਾ -2x। ਇਹੋ ਜਿਹੇ ਦੋ ਨੰਬਰ ਆਪਾਂ ਨੇ
थिंक करने हैगे। हुण देखो ਇਹ दो नंबर ਕਿਹੜੇ ਹੈ ਕਿ ਜਿਹਨੂੰ ਪਲੱਸ ਕਰਕੇ -2x ਬਣੇ ਤੇ ਮਲਟੀਪਲਾਈ ਕਰਕੇ -8x² ਬਣੇ। ਤੁਸੀਂ ਸੋਚੋ, ਬਟ ਤੁਹਾਨੂੰ ਮੈਂ ਦੱਸ ਦਿੰਦਾ ਇਹ ਦੋ ਨੰਬਰ ਹੈਗੇ ਆ -4 ਤੇ +2। -4 ਤੇ +2 ਨੂੰ ਪਲੱਸ ਕਰਕੇ ਕਿੰਨਾ ਬਣੂਗਾ -2 ਤੇ ਮਲਟੀਪਲਾਈ ਕਿੰਨਾ ਬਣੂਗਾ -8। ਤੇ ਆਪਾਂ ਬ੍ਰੇਕ ਕਰ ਲਾਂਗੇ ਇਸ ਟਰਮ ਨੂੰ, ਦੈਟ ਇਜ਼ ਇਹ x² ਨੂੰ ਐਜ਼ ਇਟ ਇਜ਼ ਲਿਖਿਆ, -2x ਨੂੰ ਬ੍ਰੇਕ ਕੀਤਾ, ਦੈਟ ਇਜ਼ -4x ਐਂਡ +2x -8 ਨੂੰ मैंने एज इट इज लिख लिया। अब दो ही नंबर चो कुछ कॉमन हैगा, यस कॉमन हैगा x में दोनों चो कॉमन फाइंड कर लिया। अगर x² है, x² का मतलब की है x मल्टीप्लाई बाय x, एक x कॉमन काट लिया, अंदर एक x बच गया, इधरों x बाहर काट लिया, 4 बच गया। देन इन्हां दोनों नंबर च आपां की कॉमन काट सकते हैं 2, तो 2 कॉमन काट लिया, उरे x लेफ्ट आउट आ, उरे 4। देन x -4 दोनों एक्सप्रेशन चो कॉमन, सॉरी दोनों चो कॉमन निकल गया, then x plus 2 left behind रह गया। हुन ਆਪਾਂ ਨੇ ਇਹਨੂੰ ਫੈਕਟਰਾਈਜ਼ ਕਰ ਲਿਆ ਯੂਜ਼ਿੰਗ ਮਿਡਲ ਟਰਮ ਸਪਲਿਟਿੰਗ। ਦੈਨ ਆਪਾਂ ਜ਼ੀਰੋਸ ਫਾਈਂਡ ਕਰਨੀ ਆ। ਦੈਨ ਆਪਾਂ ਇਸ ਐਕਸਪ੍ਰੈਸ਼ਨ ਨੂੰ ਵੀ ਜ਼ੀਰੋ ਦੇ ਇੱਕ ਵਾਰ ਰੱਖ ਲਾਂਗੇ, ਇਸ ਐਕਸਪ੍ਰੈਸ਼ਨ ਨੂੰ ਵੀ, ਤਾਂ ਕਿ ਉਹ ਵੈਲਿਊ ਜਿਹੜੀ ਜ਼ੀਰੋਸ ਵੈਲਿਊਜ਼ ਆਪਾਂ ਇਹ ਸਬਸਟੀਟਿਊਟ ਕਰਾਂਗੇ, ਆਨਸਰ ਕੀ ਆਊਗਾ 0 ਆਊਗਾ। ਦੈਨ ਮੈंने ਜ਼ੀਰੋਸ ਫਾਈਂਡ ਕੀਤੀ ਆ, ਤਾਂ x -4 = 0, ਤਾਂ x की वैल्यू आ गई 4। देन x + 2 = 0, ਤਾਂ x ਦੀ ਵੈल्यू आ गई -2। ਤਾਂ ਆਪਾਂ ਨੇ ਇਹ ਜ਼ੀਰੋਸ ਕੀ ਕਰ ਲਿਆ, ਫਾਈਂਡ ਕਰ ਲਿਆ। ਹੁਣ ਆਪਾਂ ਨੇ ਕੱਢਣਾ ਹੈ ਮੇਨ ਚੀਜ਼, ਜ਼ੀਰੋਸ ਫਾਈਂਡ ਕਰ ਲਿਆ। ਮੈਂ ਦੁਬਾਰਾ ਇੱਕ ਵਾਰੀ ਕਾਲ ਕਰਵਾ ਦਿੰਦਾ। ਇਹ ਜਿਹੜੇ ਦੋ ਨੰਬਰ ਲੱਭਣੇ ਆ, ਜੇ ਉਹਨੂੰ ਪਲੱਸ ਕਰਕੇ ਆਹ ਨੰਬਰ ਬਣੇ, ਦੈਟ ਇਜ਼ -2x, ਤੇ ਮਲਟੀਪਲਾਈ ਕਰਕੇ ਇਹ ਦੋਹਾਂ ਦਾ ਪ੍ਰੋਡਕਟ ਬਣੇ, ਕਾਂਸਟੈਂਟ ਟਰਮ ਤੇ ਜਿਹੜੀ ਫਰੰਟ x⁻² ਵਾਲੀ ਟਰਮ ਹੁੰਦੀ ਆ ਉਹਦਾ ਪ੍ਰੋਡਕਟ ਬਣੇ। ਤਾਂ मतलब कि वो दो नंबर आ गए -4x ਤੇ +2x। देन ਇਹਨਾਂ ਚੋਂ मैंने x ਕਾਮਨ ਕੱਢਿਆ, ਉਰੇ x -4 ਬਚ ਗਿਆ। देन 2 ਕਾਮਨ ਕੱਢਿਆ, x -4 ਬਚ ਗਿਆ, ਤੇ ਦੋ ਜ਼ੀਰੋਸ मैंने फाइंड कर लिए। देन ਇਹਨਾਂ ਨੂੰ 0 ਦੇ ਇਕੁਅਲ ਇਕੁਏਟ ਕਰਕੇ मैंने ਦੋ ਜ਼ੀਰੋਸ ਕੀ ਕਰ ਲਿਆ, फाइंड। ਆ ਫੈਕਟਰਸ ਨਿਕਲਿਆ, देन मैंने ਜ਼ੀਰੋਸ ਕੀ ਕਰ ਲਿਆ, फाइंड। ਹੁਣ ਆਪਾਂ ਸਿੱਖਦੇ ਹਾਂ ਰਿਲੇਸ਼ਨਸ਼ਿਪ ਕਿਵੇਂ ਆਪਾਂ ਨੇ ਸਿੱਖਿਆ ਸੀਗਾ। ਰਿਲੇਸ਼ਨਸ਼ਿਪ ਕੱਢਣਾ ਹੈਗਾ ਕਿ ਇਹ ਜ਼ੀਰੋਸ ਤੇ ਕੋਐਫੀਸ਼ੀਐਂਟਸ ਵਿੱਚ ਕੀ ਰਿਲੇਸ਼ਨਸ਼ਿਪ ਆ। ਦੇਖੋ सब तो पहला ਆਪਾਂ ਰਿਲੇਸ਼ਨਸ਼ਿਪ ਕੱਢਿਆ ਸੀਗਾ ਸਮ ਆਫ ਜ਼ੀਰੋਸ ਦਾ, ਸਮ ਆਫ ਜ਼ੀਰੋਸ which is -b/a। ਆਪਾਂ ਚੈੱਕ ਕਰਦੇ ਹਾਂ ਕਿ ਆਪਣਾ ਸਹੀ ਹੈ ਜਾਂ ਨਹੀਂ। ਪਹਿਲਾਂ ਆਪਾਂ -b/a ਮਾਈਨਸ ਐਜ਼ ਇਟ ਇਜ਼ ਆ ਜਾਊਗਾ। ਵਾਟ ਇਜ਼ ਦ ਵੈਲਿਊ ਆਫ b? b ਦੀ ਵੈਲਿਊ ਹੈਗੀ -2, ਕਿਉਂਕਿ ਜਨਰਲ ਫਾਰਮ ਹੁੰਦੀ ਹੈ ax² + bx + c। x ਦੇ ਅੱਗੇ ਵਾਲਾ b ਆ, x² ਦੇ ਅੱਗੇ ਵਾਲਾ a ਆ, ਤੇ c ਕੀ ਹੈ, ਕਾਂਸਟੈਂਟ ਟਰਮ ਹੈਗੀ ਆ। ਤਾਂ b ਦੇ ਅੱਗੇ ਕੀ ਹੈ -2 ਆ, ਤਾਂ ਮਾਈਨਸ ਸਾਈਨ ਆਪਾਂ ਲੈਣਾ ਸੀ ਬਾਈ ਫਾਰਮੂਲਾ, ਤੇ ਮਾਈਨਸ ਲੈ ਲਿਆ, ਤੇ b ਦੀ ਵੈਲਿਊ -2। ਵਾਟ ਇਜ਼ ਦ ਵੈਲਿਊ ਆਫ a? a ਦੇ ਅੱਗੇ ਕੁਝ ਹੈ ਤਾਂ ਆਪਾਂ 1 ਅਸਿਊਮ ਕਰ ਲਾਂਗੇ, ਕਿਉਂਕਿ ਅਗਰ ਕੁਝ ਨਹੀਂ ਹੁੰਦਾ ਤਾਂ 1 ਨਾਲ ਮਲਟੀਪਲਾਈ ਹੁੰਦਾ ਉਹ ਨੰਬਰ। ਤੇ ਆਨਸਰ ਆ ਗਿਆ ਆਪਣੇ ਕੋਲੇ +2। ਤੇ ਹੁਣ ਆਪਾਂ ਚੈੱਕ ਕਰੋ ਬਾਈ ਸਮ ਆਫ ਜ਼ੀਰੋਸ ਕੀ ਆਪਣਾ ਆਨਸਰ ਸਹੀ ਆ। ਹੁਣ ਦੇਖੋ ਜ਼ੀਰੋਸ ਕੀ ਆਪਣੀਆਂ 4 ਤੇ -2, ਤੇ 4 + -2, ਤਾਂ ਆ ਦੋਹੇ ਆਪਣੇ ਕੋਲੇ ਇਕੁਅਲ ਹੋ ਗਏ। 4 + -2 ਆ ਪਲੱਸ ਮਾਈਨਸ, ਤਾਂ ਆਨਸਰ ਕੀ ਆ ਗਿਆ 2। ਤਾਂ मतलब अपना ਜਿਹੜਾ ਪਹਿਲਾ ਰਿਲੇਸ਼ਨਸ਼ਿਪ ਆ ਉਹ ਵੈਰੀਫਾਈ ਹੋ ਗਿਆ। ਹੁਣ ਆਪਾਂ ਸੈਕੰਡ ਰਿਲੇਸ਼ਨਸ਼ਿਪ ਕਰਦੇ, ਦੈਟ ਇਜ਼ ਪ੍ਰੋਡਕਟ ਦਾ ਰਿਲੇਸ਼ਨਸ਼ਿਪ ਕੀ ਸੀਗਾ, c/a। ਤਾਂ c ਦੀ ਵੈਲਿਊ ਕੀ ਹੈ ਇਸ ਕੁਐਸਚਨ ਵਿੱਚ -8, a ਦੀ ਵੈਲਿਊ ਅਗੇਨ 1 ਆ ਗਈ। ਕੀ ਆਪਾਂ ਚੈੱਕ ਕਰੋ ਕਿ ਆਪਣਾ ਸਹੀ ਹੈ ਇਹ। ਜਦੋਂ ਆਪਾਂ ਚੈੱਕ ਕੀਤਾ 4 × -2 ਆਪਣੀ ਜ਼ੀਰੋਜ਼ ਨਾਲ, ਤਾਂ ਇਹ ਰਿਲੇਸ਼ਨਸ਼ਿਪ ਵੀ ਕੀ ਹੋ ਗਿਆ, ਵੈਰੀਫਾਈਡ ਹੋ ਗਿਆ। ਤਾਂ ਇਸ ਤਰੀਕੇ ਨਾਲ ਆਪਣੇ ਰਿਲੇਸ਼ਨਸ਼ਿਪ ਨੂੰ ਕੀ ਕਰਤਾ, ਵੈਰੀਫਾਈ ਕਰਤਾ ਦੋ ਜ਼ੀਰੋਜ਼ ਨਾਲ। ਇਸ ਤਰੀਕੇ ਨਾਲ ਆਪਾਂ ਸਮ ਨੂੰ ਕੀ ਕਰਨਾ ਹੈਗਾ, ਸ਼ੋ ਕਰਨਾ। ਉਹਦੇ ਲਿਖ ਦੇਣਾ ਆਪਾਂ ਨੇ ਕਿ ਇਹ ਆਪਾਂ ਨੇ ਕੀ ਸ਼ੋ ਕੀਤਾ ਹੈਗਾ, ਰਿਲੇਸ਼ਨਸ਼ਿਪ। ਚਲੋ ਹੁਣ ਆਪਾਂ ਸੈਕਿੰਡ ਸਮ ਕਰਦੇ ਹੈਗੇ। ਸੈਕਿੰਡ ਸਮ ਆਪਣੇ ਕੋਲ ਹੈਗਾ 4s² - 4s + 1। ਹੁਣ ਇਸੇ ਸਮ ਨੂੰ ਵੀ ਆਪਾਂ ਪ੍ਰੀਵੀਅਸ ਸਮ ਦੇ ਤਰੀਕੇ ਨਾਲ ਹੀ ਕਰਾਂਗੇ। देखो सब तो पहले आप मिडल टर्म स्प्लिटिंग करांगे कि आपन नु ये दो नंबर्स चाहिए जिन्हां नु प्लस करके तो बने -4s, सम करके बने -4s, ते प्रोडक्ट करके बने कांस्टेंट टर्म ते s² वाली टर्म दा प्रोडक्ट, दैट इज प्रोडक्ट करके बने 1 × 4s², 4s²। ਇਹ ਦੋ ਨੰਬਰ ਜਿਹਨਾਂ ਨੂੰ ਪਲੱਸ ਕਰਕੇ +4 ਬਣ ਰਿਹਾ, ਤੇ ਸੌਰੀ ਮਲਟੀਪਲਾਈ ਕਰਕੇ +4 ਬਣ ਰਿਹਾ, ਤੇ ਸਮ ਕਰਕੇ -4 ਬਣ ਰਿਹਾ ਹੈਗਾ। ਇਹ ਦੋ ਨੰਬਰ ਕਿਹੜੇ ਆ? ਉਹ ਦੋ ਨੰਬਰ ਹੈਗੇ -2 ਤੇ -2। -2 + -2 that will become -4। ਦੇਖੋ -2 + -2 प्लस माइनस ਤਾਂ -4 ਬਣ ਜਾਊਗਾ, ਤੇ ਮਲਟੀਪਲਾਈ ਕਰਕੇ ਕੀ ਬਣ ਜਾਊਗਾ, +4। ਤਾਂ ਆਪਾਂ ਇਸ ਟਰਮ ਨੂੰ ਕੀ ਕਰ ਲਾਂਗੇ, ਸਪਲਿਟ ਕਰ ਲਾਂਗੇ -2 ਤੇ -2 ਵਿੱਚ। ਤਾਂ ਆਪਾਂ ਸਪਲਿਟ ਕੀਤਾ ਫਸਟ 4s² ਨੂੰ ਐਸ ਇਟ ਇਜ਼ ਲਿਖਿਆ, 4s ਨੂੰ ਲਿਖਿਆ -2s, then +1,
ਹੁਣ ਆ ਦੋ ਨੰਬਰਸ ਦੇਖੋ ਕਾਮਨ ਕੀ ਨਿਕਲਦਾ, ਇੱਕ 2 ਕਾਮਨ ਨਿਕਲ ਰਿਹਾ, ਇੱਕ s ਕਾਮਨ ਨਿਕਲ ਰਿਹਾ। 2s ਕਾਮਨ ਕੱਢਿਆ, ਇੱਧਰ ਬਚ ਗਿਆ 2s, ਇੱਧਰ ਬਚ ਗਿਆ 1। ਇੱਧਰੋਂ ਕਾਮਨ ਕੀ ਨਿਕਲਿਆ ਹੈਗਾ, ਕਾਮਨ ਦੇਖੋ ਕੁਝ ਕਾਮਨ ਹੀ ਨਿਕਲ ਰਿਹਾ ਤਾਂ 1 ਕਾਮਨ ਕੱਢ ਲਾਂਗੇ ਆਪਾਂ, ਕਿਉਂਕਿ 1 ਇਜ਼ ਅ ਫੈਕਟਰ ਆਫ ਐਵਰੀ ਨੰਬਰ। ਤਾਂ ਆਪਾਂ 1 ਕਾਮਨ ਕੱਢਿਆ ਤਾਂ -1 ਕਾਮਨ ਕੱਢਾਂਗੇ ਸੋ ਦੈਟ ਆ ਸੇਮ ਆਪਣੇ ਕੋਲੇ ਫੈਕਟਰਸ ਬਣ ਜਾਣ। ਜਦੋਂ -1 ਕਾਮਨ ਕੱਢਿਆ ਉਹਦੇ ਲੈਫਟ ਨਾਲ 2s, ਕਿਉਂਕਿ 2s into -1 -2s ਬਣਦਾ ਹੈਗਾ, then plus minus minus -1 -1 into -1 ਕਰਾਂਗੇ +1 ਬਣਦਾ ਹੈਗਾ। ਇਸ ਤਰੀਕੇ ਨਾਲ ਆਪਾਂ ਫੈਕਟਰਸ ਬਣਾ ਲਏ ਆ। then ਆਪਾਂ 2s -1 ਇੱਕ ਫੈਕਟਰ ਹੋ ਗਿਆ, then ਸੈਕਿੰਡ ਫੈਕਟਰ ਹੋ ਗਿਆ 2s -1। then ਆਪਾਂ ਜ਼ੀਰੋਸ ਦੇ ਇਕੁਏਟ ਕਰ ਦਾਂਗੇ, then ਆਪਣੇ ਕੋਲੇ 0 ਦੇ ਇਕੁਅਲ ਰੱਖ ਕੇ ਆਪਣੇ ਕੋਲੇ ਜ਼ੀਰੋਸ ਆਣਗੇ, ਪਲੱਸ ਹੋ ਗਿਆ, ਡਿਵਾਈਡ, ਸਿਮਿਲਰਲੀ ਉਹਦੀ 0 ਵੀ ਸੇਮ ਆ ਜੂਗੀ। ਦੋ ਜ਼ੀਰੋਸ ਆ ਗਏ 1/2 ਤੇ 1/2। ਹੁਣ ਆਪਾਂ ਚੈੱਕ ਕਰਨਾ ਯੂਜ਼ਿੰਗ ਰਿਲੇਸ਼ਨਸ਼ਿਪ। ਹੁਣ ਆਪਾਂ ਰਿਲੇਸ਼ਨਸ਼ਿਪ ਕਰ ਰਹੇ ਹਾਂਗੇ ਜ਼ੀਰੋਸ ਤੇ ਕੋਫੀਸ਼ੀਐਂਟ ਦਾ। ਉਸੇ ਤਰੀਕੇ ਨਾਲ ਇੱਕ ਜ਼ੀਰੋ ਨੂੰ ਆਪਾਂ ਅਲਫਾ ਅਸਿਊਮ ਕਰ ਲਾਂਗੇ, ਸੈਕਿੰਡ ਕੀ ਹੈਗੀ ਆ ਬੀਟਾ। ਤਾਂ ਸਭ ਤੋਂ ਪਹਿਲਾਂ ਆਪਾਂ ਕੱਢਾਂਗੇ ਸਮ ਆਫ ਜ਼ੀਰੋਸ, ਦੈਟ ਇਜ਼ ਅਲਫਾ ਪਲੱਸ ਬੀਟਾ। ਆਪਣੀ ਜ਼ੀਰੋਸ ਕੀ ਆ 1/2 ਪਲੱਸ 1/2, ਐਲਸੀਐਮ ਆ ਗਿਆ 2, then 1 plus 1 2/2, आंसर इज 1। ਹੁਣ ਆਪਾਂ ਰਿਲੇਸ਼ਨਸ਼ਿਪ ਵੈਰੀਫਾਈ ਕਰਦੇ ਆਂਗੇ। ਰਿਲੇਸ਼ਨਸ਼ਿਪ ਕੀ ਸੀ ਆਪਣੇ ਕੋਲੇ -b/a। व्हाट इज द वैल्यू ऑफ b हियर, -4। a की वैल्यू भी क्या है 4 है, माइनस माइनस प्लस 4/4 1। तो अपना आंसर सेम आ गया ना, तो किधे बराबर सीगा, इक्वल टू माइनस कोफिशिएंट ऑफ x ओवर कोफिशिएंट ऑफ x स्क्वायर। आप एप्रोप्रिएट इसी मेथड से करके आओगे सो दैट आपके टीचर इस क्वेश्चन को सही करे। देन हम प्रोडक्ट निकालेंगे अल्फा बीटा 1/2 into 1/2, that will become 1/4 which is equal to c/a। तो हम चेक कर लेते हैं, c की वैल्यू है 1 और a की 4 है, तो हमारा आंसर फिर वेरीफाई हो गया, which is equal to कांस्टेंट टर्म ओवर कोफिशिएंट ऑफ x स्क्वायर। इस तरीके से आपने जीरोस और कोफिशिएंट में रिलेशनशिप शो करना है। और ध्यान सुनो बच्चों, ये सम पेपर में देखो मैथ्स के 2 लेवल है सीबीएसई में, एक बेसिक्स और स्टैंडर्ड। बेसिक्स में तो ये सम सीधा आएगा आपको, जो बेसिक वाले बच्चे हैं वो तो ये सम्स जो एक्सरसाइज 2.2 है वो एनसीईआरटी अच्छे से कर लें। एक क्वेश्चन आपका पेट क्वेश्चन आपको आएगा जिसमें आपको रिलेशनशिप बताना होगा जीरोस और कोफिशिएंट्स में। जो स्टैंडर्ड वाले बच्चे हैं उनके लिए मैं कुछ एक्स्ट्रा सम्स अपलोड करूंगा हमारे हिंदी वाले चैनल पे। जो हम थर्ड सम करते हैं इसका। चलो हम थर्ड सम स्टार्ट करते हैं। थर्ड सम ਦੇ ਵਿੱਚ ਦੇਖੋ, ਇਹ ਸਮ ਧਿਆਨ ਨਾਲ ਕਰਨ ਵਾਲਾ ਸਮ ਹੈਗਾ। ਦੇਖੋ ਇਹਦੇ ਵਿੱਚ ਜਿਹੜਾ ਮਿਡਲ ਟਰਮ ਹੈਗੀ ਆ ਉਹ ਕਾਂਸਟੈਂਟ ਕਰਤੀ ਇਹਨਾਂ ਨੇ, ਬਟ ਆਪਾਂ ਨੇ ਕਿਹਾ ਸੀ ਮਿਡਲ ਟਰਮ ਹਮੇਸ਼ਾ ਵੇਰੀਏਬਲ ਆਫ x ਵਾਲੀ ਟਰਮ ਹੋਊਗੀ। ਤਾਂ ਆਪਾਂ ਪਹਿਲਾਂ ਇਹਨੂੰ ਸਟੈਂਡਰਡ ਫਾਰਮ ਚ ਕੀ ਕਰ ਲਾਂਗੇ, ਇਸ ਪੋਲੀਨੋਮੀਅਲ ਨੂੰ ਲਿਖ ਲਾਂਗੇ। ਸਭ ਤੋਂ ਪਹਿਲਾਂ ਹਾਈਐਸਟ ਪਾਵਰ, ਦੈਨ ਉਸ ਤੋਂ ਛੋਟੀ ਪਾਵਰ ਡਿਗਰੀ, ਦੈਨ ਕਾਂਸਟੈਂਟ ਟਰਮ। ਹੁਣ ਦੇਖੋ, ਹੁਣ ਆਪਾਂ ਸੇਮ ਤਰੀਕੇ ਨਾਲ ਇਹਦੀ ਮਿਡਲ ਟਰਮ ਸਪਲਿਟਿੰਗ ਕਰਾਂਗੇ। ਹੁਣ ਆਪਾਂ ਨੇ ਦੋ ਨੰਬਰ ਲੱਭਣੇ ਹੋਣਗੇ, ਜਿਵੇਂ ਆਪਾਂ ਪਹਿਲਾਂ ਲੱਭੇ ਸੀ। प्लस करके कितना बने -7x बने, जिदा सम कितना होवे -7x होवे, ते प्रोडक्ट कितना होवे बेटा, प्रोडक्ट होवे -3 into 6x स्क्वायर -18x स्क्वायर होवे। ਇਹ ਦੋ ਨੰਬਰ ਸੋਚੋ ਜਿਨ੍ਹਾਂ ਨੂੰ ਮਲਟੀਪਲਾਈ ਕਰਕੇ ਤਾਂ ਬਣਦਾ -18x स्क्वायर ਤੇ ਪਲੱਸ ਕਰਕੇ ਬਣਦਾ -7x। ਨੰਬਰ ਸੋਚੋ, ਦਿਮਾਗ ਲਗਾਓ। ਚਲੋ ਮੈਂ ਦੱਸ ਦਿੰਦਾ, ਉਹ ਦੋ ਨੰਬਰ ਹੈਗੇ ਆ -9 ਤੇ +2। ਬਾਕੀ ਤੁਸੀਂ ਫੈਕਟਰਸ ਕੱਢ ਕੇ ਇਹ ਨੰਬਰਸ ਕੱਢ ਸਕਦੇ ਹੋ। ਜਿਵੇਂ 18 ਦੇ ਫੈਕਟਰਸ ਬਣਾ ਲਓ ਤੁਸੀਂ, 2 ਤੇ ਗਿਆ 9 3 3, ਜਿਵੇਂ ਆ ਫੈਕਟਰਸ ਬਣਾ ਕੇ ਆਪਾਂ ਉਹ ਨੰਬਰਸ ਕੱਢ ਸਕਦੇ ਹੈਗੇ ਆ ਹਿਟ ਐਂਡ ਟਰਾਈ ਮੈਥਡ ਨਾਲ। ਤਾਂ ਨੰਬਰ ਕੀ ਹੋ ਗਏ -9 ਤੇ +2। ਹੁਣ ਜਿਵੇਂ ਮੈਂ ਬ੍ਰੇਕ ਕੀਤੇ 6x ਸਕੁਅਰ -9x + 2x -3। ਹੁਣ ਦੇਖੋ प्लस करके कितना बन रहा है बेटा, प्लस करके बन रहा है -7 ਤੇ ਮਲਟੀਪਲਾਈ ਕਿੰਨਾ ਬਣ ਰਿਹਾ -18x स्क्वायर। देन आ दो नंबर चो कॉमन की निकल रहा है बेटा, 3x कॉमन निकल रहा है, 3 इधरों निकल रहा है तो x निकल रहा है। 3x कॉमन कढ़िया, इधर बच गया बेटा अपने कोले 2x, इधर बच गया बेटा अपने कोले 3। कुछ कॉमन नहीं निकले तो की निकलूगा 1 निकलूगा, क्योंकि 1 इज द फैक्टर ऑफ एवरी नंबर। तो +1 कॉमन कढ़िया, 2x -3। चेक कर लिया करो, मल्टीप्लाई करके सेम नंबर बनना चाहिए, फिर अपनी कैलकुलेशन सही है। देन 2x -3 कॉमन कढ़िया दोनों साइड्स तो, इधर बच गया बेटा 3x + 1। देन आप जीरोस कढण वास्ते दोनों फैक्टर्स नु किदे इक्वल पुट करांगे, 0 दे। वेरी गुड। तो मतलब 2x -3 = 0, 3 प्लस हो गया उधर जाके 2 ने डिवाइड किया
और 3/2 आ गई, फर्स्ट 0 आ गई, सेकंड 0, 3x + 1 = 0 माइनस डिवाइड बाय 3 द सेकंड 0 आ। सिमिलरली ਆਪਾਂ ਜ਼ੀਰੋਸ ਨੂੰ ਅਸਿਊਮ ਕਰ ਲਾਂਗੇ, ਇਹਨੂੰ ਅਸਿਊਮ ਕੀਤਾ ਅਲਫਾ, ਇਹਨੂੰ ਅਸਿਊਮ ਕੀਤਾ ਬੀਟਾ। ਚਲੋ ਹੁਣ ਆਪਾਂ ਰਿਲੇਸ਼ਨਸ਼ਿਪ ਕੱਢਦੇ ਹਾਂ ਬੇਟਾ। ਰਿਲੇਸ਼ਨਸ਼ਿਪ ਕੱਢਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਸਮ ਆਫ ਜ਼ੀਰੋਸ ਅਲਫਾ ਪਲਸ ਬੀਟਾ। ਵਾਟ ਇਜ਼ ਅਲਫਾ? 3/2 प्लस व्हाट इज बीटा? -1/3 प्लस माइनस 3/2 -1/3 देन आप की लवांगे बेटा एलसीएम लवांगे। एलसीएम आ गया 6 / 2 3 3 9 देन 2 आंसर आ गया 7/6। हुन आप रिलेशनशिप वेरीफाई करांगे -b/a नाल। व्हाट इज द वैल्यू ऑफ b? b दी वैल्यू -7 माइनस ऑफ -7 a दी वैल्यू कितनी है 6 ਤੇ ਆਪਣਾ ਰਿਲੇਸ਼ਨ ਵੈਰੀਫਾਈ ਹੋ ਗਿਆ। ਆਨਸਰ ਆ ਗਿਆ 7/6 which is equal to minus of coefficient of x upon coefficient of x square। ਇਸ ਤਰੀਕੇ ਨਾਲ ਆਪਾਂ ਰਿਲੇਸ਼ਨ ਵੈਰੀਫਾਈ ਕਰਤਾ। ਦੈਨ ਆਪਾਂ ਪ੍ਰੋਡਕਟ ਕਰਾਂਗੇ। ਪ੍ਰੋਡਕਟ ਵਿੱਚ ਹੋਊਗਾ 3/2 ਮਲਟੀਪਲਾਈ ਬਾਈ -1/3। ਆਨਸਰ ਆ ਗਿਆ -1/2। ਵੈਰੀਫਾਈ ਕਰੋ c/a ਨਾਲ। व्हाट इज द वैल्यू ऑफ c? c की वैल्यू हैगी अपने कोले -3, a दी वैल्यू है 6, आंसर आ गया -1/2। अगेन अपना वेरीफाई हो गया कांस्टेंट टर्म ओवर कोएफिशिएंट ऑफ x के। ਤੁਸੀਂ ਜਦੋਂ ਖੁਦ ਪ੍ਰੈਕਟਿਸ ਕਰੋਗੇ ਨਾ ਸਮਸ ਤੁਹਾਨੂੰ ਹੋਰ ਬੈਟਰ ਅੰਡਰਸਟੈਂਡਿੰਗ ਹੋਊਗੀ ਇਹਨਾਂ ਸਮਸ ਬਾਰੇ। ਤੇ ਬਾਕੀ ਫਿਰ ਵੀ ਅਗਰ ਤੁਹਾਨੂੰ ਕੋਈ ਡਾਊਟ ਹੈ ਤੁਸੀਂ ਕਮੈਂਟ ਸੈਕਸ਼ਨ 'ਚ ਮੈਨੂੰ ਪੁੱਛ ਸਕਦੇ ਹੋ। ਇਹ ਆਪਣਾ ਸਮ ਕੰਪਲੀਟ ਹੋ ਗਿਆ। ਇਸ ਟਾਈਪ ਦੇ ਸਮ 'ਚ ਬਹੁਤ ਧਿਆਨ ਨਾਲ ਕਰਨਾ ਬੇਟਾ। ਸਭ ਤੋਂ ਪਹਿਲਾਂ ਤੁਸੀਂ ਇਹਨਾਂ ਨੂੰ ਸਟੈਂਡਰਡ ਫਾਰਮ ਲਿਖਣੀ ਹੈ ਪੋਲੀਨੋਮੀਅਲ ਦੀ, ਤੇ ਮਿਡਲ ਟਰਮ ਵਿੱਚ ਹਮੇਸ਼ਾ x ਵੇਰੀਏਬਲ ਵਾਲਾ ਨੰਬਰ ਲਿਖਣਾ ਹੈਗਾ। ਚਲੋ ਹੁਣ ਆਪਾਂ 4 ਸਮ ਕਰਦੇ ਹੈਗੇ ਆ ਸਮ ਤੁਸੀਂ ਇੱਕ ਵਾਰ ਨੋਟ ਕਰ ਲਓ। ਚਲੋ ਹੁਣ ਆਪਾਂ 4 ਸਮ ਕਰਦੇ ਆ। 4 ਸਮਸ ਦੇਖੋ ਬੇਟਾ ਕੀ ਆ, ਆਪਣੇ ਕੋਲੇ ਕਾਂਸਟੈਂਟ ਟਰਮ ਹੈ ਹੀ ਨਹੀਂ ਤਾਂ ਆਪਾਂ ਡਾਇਰੈਕਟਲੀ ਇਹਦੇ ਵਿੱਚੋਂ ਕਾਮਨ ਕੱਢ ਲੈਂਦੇ ਆ। ਕਾਮਨ ਕੀ ਨਿਕਲ ਰਿਹਾ? 4 ਨਿਕਲ ਰਿਹਾ। ਵੇਰੀਏਬਲ ਕਾਮਨ ਕੀ ਨਿਕਲ ਰਿਹਾ? u। ਦੈਨ ਇੱਧਰ ਕੀ ਲੈਫਟ ਆਊਟ ਆ ਗਿਆ ਬੇਟਾ? u ਬਚ ਗਿਆ। इधरों डिवाइड किया 2 बच गया तो u पहले ही बाहर आ बेटा। दो फैक्टर आ गया अपने कोले। डायरेक्टली अपन 0 दे इक्वल पुट कर देंगे, अपने कोले जीरोस आ जाएंगी। तो 4 डिवाइड हो गए नीचे जाके, एक 0 आ गई 0। सेकंड u + 2 = 0। सेकंड 0 आ गई बेटा -2। हुन आप रिलेशनशिप कर देने हैं बेटा। ਇਹਦਾ रिलेशनशिप करने लिए आप की करांगे बेटा? सब तो पहला आप 0 ਨੂੰ ਅਸਿਊਮ ਕਰ ਲਿਆ। ਇੱਕ ਅਲਫਾ ਹੈ ਗਿਆ, ਦੂਸਰੀ ਬੀਟਾ। ਸਮ ਆਫ ਜ਼ੀਰੋਸ ਕੀਤਾ ਅਲਫਾ प्लस बीटा। 0 + -2 प्लस माइनस तो 0 - 2 आंसर कितना आ गया बेटा? -2। किदे बराबर हुंदा हैगा ये? -b/a दे। चेक करो बेटा b दी वैल्यू की हैगी आ? b दी वैल्यू हैगी 8, a दी वैल्यू है 4। आंसर अपना -2 ही आ रहा है, मतलब अपना आंसर की है सेम, which is equal to minus of coefficient of x upon coefficient of x square। ਹੁਣ ਸੈਕਿੰਡ ਰਿਲੇਸ਼ਨ ਆਪਣਾ ਕਿਹਦਾ ਕੱਢਦੇ ਆ ਬੇਟਾ? ਆਪਾਂ ਪ੍ਰੋਡਕਟ ਦਾ। ਪ੍ਰੋਡਕਟ ਵਿੱਚ ਆਪਾਂ ਮਲਟੀਪਲਾਈ ਕੀਤਾ 0 × -2 ਆਨਸਰ 0 ਆ ਗਿਆ ਬੇਟਾ। ਵੈਰੀਫਾਈ ਕਰੋ c/a ਨਾਲ। c ਕਾਂਸਟੈਂਟ ਟਰਮ ਆਪਣੇ ਕੋਲੇ ਹੈ ਹੀ ਨਹੀਂ ਤਾਂ ਆਨਸਰ 0 ਹੀ ਆ ਜਾਊਗਾ। a ਦੀ ਵੈਲਿਊ ਕਿੰਨੀ ਹੈ ਬੇਟਾ? 4 ਹੈਗੀ ਆ। 0/4 ਆਨਸਰ ਆ ਗਿਆ 0, which is equal to कांस्टेंट टर्म डिवाइडेड बाय कोएफिशिएंट ऑफ x स्क्वायर। इस तरीके नाल आपां इहदा रिलेशनशिप भी फाइंड करता बेटा। सम बहुत ध्यान नाल कर लो, बेसिक्स विच डायरेक्ट एक क्वेश्चन पक्का आना है जीरोस ते कोएफिशिएंट्स वाला। ओके हुण देखो बेटा 5th सम दे विच अपने कोले x टर्म है ही नहीं गी, मतलब अपने कोले x⁻1 t⁻1 वाली टर्म है नहीं तो आप मिडिल टर्म स्प्लिटिंग नहीं कर सकते। आप डायरेक्टली इहनूं 0 दे इक्वल इक्वेट कर दांगे। 15 इधर के प्लस हो जाएगा बेटा, t² = 15। अगर इधरों स्केयर हटानी है तो इधर की करना पਊ ਆਪਾਂ ਨੂੰ स्केयर रूट करना पਊਗਾ। तो आंसर आ गया √15। बट उरे ना मैं लिखूंगा बेटा +-15। रीजन की है जो आप किसी प्लस वाले नंबर की स्केयर करते हैं तो भी आंसर पॉजिटिव आता। अगर माइनस वाले नंबर की स्केयर की तो भी आंसर पॉजिटिव आता। रीजन की है जैसे -4 × -4 करांगे माइनस माइनस डिडक्ट हो जाते हैं तो आंसर हमेशा पॉजिटिव आता। दैट्स व्हाई स्केयर रूट तो बाद आप आंसर लिखिया +-√15। तो 1 0 होगी बेटा अपने कोले +√15, 1 0 होगी बेटा अपने कोले -√15। देन आप सेम वे रिलेशनशिप फाइंड करांगे तो बेटा सम ऑफ जीरो सब तो पहला फाइंड करांगे आप। सम ऑफ जीरोस लिए आप कितना अल्फा प्लस बीटा √15 प्लस -√15 प्लस माइनस हो गया बेटा
√15 माइनस √15 आंसर आ गया 0। अगर आंसर 0 आ रहा हैगा इट मींस दैट अगर 0 आ रहा है, हम आप ਇਹਦਾ ਵੈਰੀਫਾਈ ਕਰਾਂਗੇ -b/a ਨਾਲ। ਤਾਂ ਹੁਣ ਆਪਣੇ ਕੋਲੇ ਉਰੇ ਜਿਹੜੀ ਮਿਡਲ ਟਰਮ ਹੈ ਹੀ ਨਹੀਂ ਸੀਗੀ, x ਵਾਲੀ ਟਰਮ ਹੈ ਨਹੀਂ ਸੀ, ਤਾਂ b ਦੀ ਵੈਲਿਊ ਕਿੰਨੀ ਹੋਗੀ ਬੇਟਾ 0 ਹੋਗੀ, a ਦੀ ਵੈਲਿਊ ਹੈਗੀ 1, ਤਾਂ ਆंसर ਆ ਗਿਆ 0 which is equal to minus of coefficient of x over coefficient of x square। then ਆਪਾਂ ਕਰਾਂਗੇ ਬੇਟਾ ਪ੍ਰੋਡਕਟ ਅਲਫਾ ਬੀਟਾ √15 multiply by minus of √15, √15 बन गया बेटा, माइनस साइन ओमी आ गया which is equal to c over a। c ਦੀ ਵੈਲਿਊ ਕਿੰਨੀ ਹੈ ਬੇਟਾ -15। what is the value of a 1 ਬੇਟਾ t ਸਕੁਅਰ ਦਾ ਕੋਐਫੀਸ਼ੀਐਂਟ ਹੁੰਦਾ a, ਠੀਕ ਹੈ। then ਆਪਣੇ ਕੋਲ ਆ ਗਿਆ which is equal to constant term upon coefficient of x square। ਇਹ ਆਪਣਾ फिफ्थ सम भी कंप्लीट हो गया। नाउ सिक्स्थ सम, चलो बेटा हम सिक्स्थ सम करते हैं। सिक्स्थ सम देखो बेटा, सिक्स्थ सम भी अपना सेम उसी तरीके ਨਾਲ ਹੋ ਜਾਊਗਾ यूजिंग मिडल टर्म स्प्लिटिंग। ਹੁਣ ਆਪਾਂ ਨੇ ਦੋ ਨੰਬਰ ਫਾਈਂਡ ਕਰਨੇ ਆ ਜਿਨ੍ਹਾਂ ਨੂੰ ਪਲੱਸ ਕਰਕੇ ਸਮ ਕਿੰਨਾ ਬਣੇ ਬੇਟਾ -1x ਤੇ ਪ੍ਰੋਡਕਟ ਕਿੰਨਾ ਬਣੇ ਬੇਟਾ, ਪ੍ਰੋਡਕਟ ਬਣੇ ਬੇਟਾ -4 * 3x² that is -12x²। ਇਹ ਨੰਬਰ ਸੋਚੋ ਜਿਹਨੂੰ ਮਲਟੀਪਲਾਈ ਕਰਕੇ ਤਾਂ -12x² ਬਣੇ, ਪਲੱਸ ਕਰਕੇ -1x ਬਣੇ। ਕੋਈ ਦੋ ਨੰਬਰ ਤੁਹਾਡੇ ਦਿਮਾਗ ਚ ਆਉਂਦੇ ਆ? ਚਲੋ ਆਂਦੇ ਠੀਕ ਹੈ, ਨਹੀਂ ਮੈਂ ਦੱਸ ਦਿੰਦਾ ਹੈਗਾ। ਦੋ ਨੰਬਰ ਕਿਹੜੇ ਆ ਬੇਟਾ -4 + 3, -4 + 3 ਆਪਣੇ ਕੋਲ ਪਲੱਸ ਕਰਕੇ ਬਣਦਾ ਹੈਗਾ -1 ਤੇ ਮਲਟੀਪਲਾਈ ਕਰਕੇ ਕਿੰਨਾ ਬਣਦਾ ਬੇਟਾ -12। 3x² -4x + 3x -4 ਸੋਲਵ ਕਿਵੇਂ ਬਣ ਰਿਹਾ ਹੈ? ਕਾਮਨ ਕੁਝ ਨਿਕਲ ਨਹੀਂ ਰਿਹਾ ਤੇ ਕੱਲਾ x ਨਿਕਲ ਰਿਹਾ ਬੇਟਾ, ਵੇਰੀਏਬਲ 3x ਬਚ ਗਿਆ, ਇਧਰ 4 ਬਚ ਗਿਆ। ਕੁਝ ਕਾਮਨ ਨਹੀਂ ਤਾਂ ਬੇਟਾ 1 ਨਿਕਲੂਗਾ, 1 is factor of every number। then 3x -4 then बेटा x plus 1 जीरोस करने लिए आप इक्वेट कराएंगे ना 0 ਦੇ ਇਕੁਅਲ 3x -4 = 0। अब प्लस हो गया बेटा इधर जाके 4 3 डिवाइड हो गया 4/3 आ गया। देन x plus 1 ਨੂੰ 0 ਦੇ ਇਕੁਅਲ ਕੀਤਾ, x ਦੀ ਵੈਲਿਊ ਹੋ ਗਈ ਬੇਟਾ -1। 1 0 अल्फा होगी आह बेटा, बीटा होगी आ वाली 0। देन अपने फाइंड करना रिलेशनशिप। रिलेशनशिप क्या फाइंड करेंगे बेटा सेम तरीके नाल अल्फा प्लस बीटा 4/3 plus -1 which is equal to 4/3 minus plus minus minus एलसीएम ले रहे हैं बेटा मेरा 4 - 3/3 आंसर आ गया 1/3। हुन आप रिलेशनशिप वेरीफाई कर ली -b/a वाला। b दी वैल्यू कितनी है बेटा +3 minus +3 अपॉन a दी वैल्यू कितनी है बेटा, सॉरी बेटा b दी वैल्यू हैगी है -1 ਤੇ a ਦੀ ਵੈਲਿਊ ਹੈਗੀ ਆ 3 which is equal to 1/3। ਆਪਣਾ ਰਿਲੇਸ਼ਨ ਕੀ ਹੋ ਗਿਆ ਬੇਟਾ ਵੈਰੀਫਾਈ which is equal to minus of coefficient of x over coefficient of x square। सिमिलरली बेटा ਆਪਾਂ ਕੀ ਕੱਢਾਂਗੇ ਇਹਦਾ ਪ੍ਰੋਡਕਟ ਕੱਢਾਂਗੇ 4/3 multiply by -1 which is equal to -4/3। ਵੈਰੀਫਾਈ ਕਰੋ c over a ਨਾਲ, c ਦੀ ਵੈਲਿਊ ਬੇਟਾ -4, a ਦੀ ਵੈਲਿਊ ਹੈਗੀ 3। ये भी अपनी चीज वेरीफाई होगी which is equal to constant term over coefficient of x square। देखो बेटा ਹੁਣ ਆਪਣੇ ਜਿਹੜਾ ਫਰਸਟ ਪਾਰਟ ਹੈਗਾ ਉਹ ਕੰਪਲੀਟ ਹੋ ਗਿਆ, ਜਿਸ ਦੇ ਵਿੱਚ ਆਪਾਂ ਕੀ ਸਿੱਖਿਆ ਹੈਗਾ how to find the relationship between the zeros of polynomial and its coefficients। ਹੁਣ ਮੈਂ ਇੱਕ ਵਾਰ ਦੁਬਾਰਾ ਰਿਕਾਲ ਕਰਵਾ ਰਿਹਾ ਤੁਹਾਨੂੰ ਸਾਰਾ ਜਿਹੜਾ ਪ੍ਰੋਜੈਕਟ ਆਪਣਾ। ਦੇਖੋ ਪਹਿਲੇ ਤਾਂ zeros फाइंड करने यूजिंग मिडल टर्म स्प्लिटिंग। पहला फैक्टर फाइंड किए बेटा, देन ਆਪਾਂ ਉਹਨੂੰ 0 ਦੇ ਇਕੁਅਲ ਇਕੁਏਟ ਕੀਤਾ, ਦੇਨ ਆਪਣੇ ਕੋਲ ਜ਼ੀਰੋਜ਼ ਆ ਗਈਆਂ। ਦੇਨ ਆਪਾਂ ਨੇ ਰਿਲੇਸ਼ਨਸ਼ਿਪ ਦੋ ਰਿਲੇਸ਼ਨਸ਼ਿਪ ਫਾਈਂਡ ਕਰਨੇ ਬੇਟਾ, ਇੱਕ ਹੈਗਾ ਸਮ ਆਫ ਜ਼ੀਰੋਜ਼ ਦਾ, ਇੱਕ ਹੈਗਾ ਪ੍ਰੋਡਕਟ ਆਫ ਜ਼ੀਰੋਜ਼ ਦਾ। ਸਮ ਆਫ ਜ਼ੀਰੋਜ਼ ਵਾਸਤੇ ਆਪਾਂ ਕੀ ਕਰਾਂਗੇ -b/a। ਇੱਕ ਪ੍ਰੋਡਕਟ ਆਫ ਜ਼ੀਰੋਜ਼ ਦਾ ਉਹਦੇ ਵਾਸਤੇ ਆਪਾਂ ਕੀ ਕਰਾਂਗੇ c/a। ਬੇਟਾ ਦੇਖੋ ਇਹ ਆਪਾਂ ਕੁਆਡ੍ਰੈਟਿਕ ਪੋਲੀਨੋਮੀਅਲ ਸਟੱਡੀ ਕੀਤਾ ਹੈਗਾ। ਇੱਕ ਆਪਣੇ ਬੁੱਕ ਦੇ ਵਿੱਚ ਕਿਊਬਿਕ ਪੋਲੀਨੋਮੀਅਲ ਵੀ ਆ जो कि एग्जामिनेशन पॉइंट ऑफ व्यू तो इंपॉर्टेंट नहीं है क्योंकि ਉਹਦੇ क्वेश्चंस मोस्टली नहीं ਆਉਂਦੇ ਹੁੰਦੇ, ਤਾਂ ਮਤਲਬ ਕਿ ਉਹ ਆਪਾਂ ਦੇਖਾਂਗੇ ਅਗਰ ਅੱਗੇ ਸਟੱਡੀ ਕਰਨਾ ਹੋਇਆ ਤਾਂ ਆਪਾਂ ਕਰਾਂਗੇ, ਅਦਰਵਾਈਜ਼ ਆਪਾਂ ਇਹਦੀ ਕੁਝ ਇੰਪੋਰਟੈਂਟ ਕੁਐਸਚਨਸ ਡਿਸਕਸ ਕਰਾਂਗੇ ਰਿਲੇਸ਼ਨਸ਼ਿਪ ਆਫ ਅ ਕੁਆਡ੍ਰੈਟਿਕ ਪੋਲੀਨੋਮੀਅਲ ਦੇ। ਹੁਣ ਆਪਾਂ ਸੈਕਿੰਡ ਪਾਰਟ ਕਰਾਂਗੇ ਇਸ ਤੋਂ ਬਾਅਦ ਕਿ ਆਪਾਂ ਨੇ ਕਿਸ ਤਰੀਕੇ ਨਾਲ ਅਗਰ ਆਪਣੇ ਕੋਲੇ ਸਮ ਆਫ ਜ਼ੀਰੋਜ਼ ਗਿਵਨ ਹੋਵੇ ਤੇ ਆਪਣੇ ਕੋਲੇ ਪ੍ਰੋਡਕਟ ਗਿਵਨ ਹੋਵੇ ਤੇ ਆਪਾਂ ਨੇ ਪੋਲੀਨੋਮੀਅਲ ਕਿਸ ਤਰੀਕੇ ਨਾਲ ਫਾਈਂਡ ਕਰਨਾ, ਉਹ ਆਪਾਂ ਨੈਕਸਟ ਵੀਡੀਓ ਵਿੱਚ ਦੇਖਾਂਗੇ। ਥੈਂਕ ਯੂ ਬੇਟਾ।